ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਕਿਸ ਪਹੇ ਕਰੋ ਜੋਹਾਰ ਬੇਨਤੀ, ਬਿਨਾ ਸਾਮ ਜਗ ਮਾਏ। ਤੁਮਰੀ ਸਿਆਮ ਸਰਣ ਜਗ ਬੰਦਨ, ਹਉ ਮਤ ਮੰਦ ਅਧੀਨ ਰਜ਼ਾਏ। ਮਹਾ ਭਿਆਨ ਕਠਿਨ ਭਵ ਸਾਗਰ, ਹਰਿ ਬਿਨ ਤਰਨ ਨਹੀਂ ਕਤ ਜਾਏ। ਮੋਹਿ ਅਨਾਥ ਕੇ ਦਾਤੇ ਸੁਆਮੀ, ਅੰਤ ਸਮੇਂ ਹਰ ਹੋ ਸਹਾਏ। ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ, ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਵੈਰਾਗ ਅਤੇ ਤਿਆਗ ਦੀ ਮੂਰਤ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਯਾਦ ਵਿੱਚ ਆਪ ਸਭ ਜੁੜ ਬੈਠੇ ਹੋ। ਮੇਰੀ ਬੇਨਤੀ ਹੈ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਤਿਗੁਰੂ ਨੂੰ ਨਮਸਕਾਰ ਕਰੀਏ। ਇਤਨੀ ਕਿ ਭਾਵਨਾ ਦੇ ਨਾਲ ਸਤਿਗੁਰੂ ਨੂੰ ਫਤਿਹ ਬੁਲਾਉਣੀ, ਕਿਉਂਕਿ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ। ਅਤੇ ਜਿਸ ਵਕਤ ਸੰਤ ਬਾਬਾ ਅਤਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਆਉਂਦੇ ਸਨ, ਅਤੇ ਸੱਚ ਜਾਣਿਓ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰਕ ਨਹੀਂ ਸਨ ਸਮਝਦੇ। ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚੋਂ ਪ੍ਰਤੱਖ ਕਲਗੀਧਰ ਪਾਤਸ਼ਾਹ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰਦੇ ਸਨ। ਬੜੇ ਹੀ ਭਾਵਨਾ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰ ਵਾਲਿਓ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਅਗੰਮੀ ਖੇਡ ਹੈ। ਪਰਮਾਤਮਾ ਨੇ ਸੰਸਾਰ ਬਣਾਇਆ, ਸੰਸਾਰ ਦੇ ਵਿੱਚ ਨਿਰੰਕਾਰ ਨੇ ਆਪਣੇ ਆਪ ਨੂੰ ਸਮਾ ਲਿਆ। ਸੰਸਾਰਕ ਜੀਵ ਬਣਾਏ ਅਤੇ ਪਰਮਾਤਮਾ ਨੇ ਆਪਣੇ ਫਕੀਰ, ਆਪਣੇ ਭਗਤ, ਆਪਣੇ ਸੰਤ ਵੀ ਆਪ ਹੀ ਬਣਾਏ। ਫਕੀਰ, ਸੰਤ, ਮਹਾਂਪੁਰਖ, ਮਹਾਤਮਾ ਸੰਸਾਰ 'ਤੇ ਆਉਂਦੇ ਨੇ ਸਮੇਂ ਸਮੇਂ ਸਿਰ। ਪਰ ਇੱਕ ਗੱਲ ਮੰਨਣ ਯੋਗ ਹੈ ਕਿ ਜਦੋਂ ਇੱਕ ਮਹਾਨ ਕਮਾਈ ਵਾਲਾ, ਮਹਾਨ ਤਪਸਵੀ ਸੰਤ ਬਾਬਾ ਅਤਰ ਸਿੰਘ ਮਹਾਂਪੁਰਖ ਜਿਹੀ ਰੂਹ ਆਉਂਦੀ ਹੈ, ਅਤੇ ਪਰਮਾਤਮਾ ਦੀ ਬਣਾਈ ਹੋਈ ਫਕੀਰੀ ਨੂੰ ਵੀ ਚਾਰ ਚੰਨ ਲੱਗ ਜਾਂਦੇ ਨੇ। ਭਾਈ ਨੰਦ ਲਾਲ ਜੀ ਲਿਖਦੇ ਨੇ ਕਿ ਬਾਬਾ ਅਤਰ ਸਿੰਘ ਉਹ ਫਕੀਰ ਹੈ ਜਿਹਦੀ ਕਮਾਈ ਦੇ ਨਾਲ ਫਕੀਰੀ ਨੂੰ ਵੀ ਚਾਰ ਚੰਨ ਲੱਗ ਗਏ। ਫਕਰੇ ਊ ਫਕਰ ਰਾ ਸਰਫ ਰਾਜ਼ੇ, ਕਿ ਇਸ ਫਕੀਰ ਦੀ ਫਕੀਰੀ ਦੇ ਨਾਲ ਚਾਰ ਚੰਨ ਲੱਗੇ। ਕਿਉਂ? ਕਿਉਂਕਿ ਵੈਰਾਗ ਤੇ ਤਿਆਗ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਝਲਕਦਾ ਸੀ। ਪਿਆਰਿਓ, ਗੁਰੂ ਘਰ ਆਪਾਂ ਜਾਂਦੇ ਹਾਂ, ਨਮਸਕਾਰ ਕਰਦੇ ਹਾਂ, ਕਥਾ ਕੀਰਤਨ ਕਰਦੇ ਵੀ ਹਾਂ, ਸੁਣਦੇ ਵੀ ਹਾਂ, ਨਿਤਨੇਮ ਕਰਦੇ ਵੀ ਹਾਂ, ਸੁਣਦੇ ਵੀ ਹਾਂ, ਸੁਣਾਉਂਦੇ ਵੀ ਹਾਂ। ਪਰ ਸੱਚ ਹੈ, ਉਮਰਾਂ ਬੀਤ ਜਾਂਦੀਆਂ ਨੇ, ਧਾਰਮਿਕ ਸਥਾਨ 'ਤੇ ਧਰਮ ਦੀ ਮਰਿਆਦਾ ਨੂੰ ਅਪਣਾਉਂਦੇ ਪਰ ਕੋਈ ਵਿਰਲਾ ਹੀ ਮਹਾਂਪੁਰਖ ਹੁੰਦਾ ਜਿਹੜਾ ਮੰਜ਼ਿਲ ਤੱਕ ਪਹੁੰਚ ਜਾਂਦਾ, ਜਿਹਨੂੰ ਕੁਝ ਪ੍ਰਾਪਤ ਹੁੰਦਾ ਹੈ। ਕਿਉਂਕਿ ਨਾਲ ਹੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਵੀ ਜਨਮ ਸ਼ਤਾਬਦੀ ਜੋ ਸਾਰਾ ਖਾਲਸਾ ਪੰਥ ਮਨਾ ਰਿਹਾ, ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਵੈਰਾਗ ਤਿਆਗ ਝਲਕਦਾ ਸੀ। ਜੋ ਵੈਰਾਗ ਤਿਆਗ ਦੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਕੀਤੀ। ਮੈਂ ਨਿੱਕੀ ਜਿਹੀ ਘਟਨਾ ਹੀ ਆਪ ਜੀ ਦੇ ਸਾਂਝੀ ਕਰਾਂ ਕਿ ਵੇਖੋ, ਆਪਾਂ ਜੇ ਉਹਨਾਂ ਦੀ ਯਾਦ ਵਿੱਚ ਜੁੜਦੇ ਹਾਂ, ਕੁਝ ਨਾ ਕੁਝ ਕਿਣਕਾ ਮਾਤਰ ਆਪਣੇ ਹਿਰਦੇ 'ਚ ਵਸਾਉਣਾ ਚਾਹੀਦਾ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਤਾਂ ਇੱਥੋਂ ਤੱਕ ਲਿਖਦੇ ਨੇ ਕਿ ਸ਼ਬਦ ਕੁਰਬਾਨੇ ਖਾਕ ਸਾਧ ਸੰਗਤ, ਕਹਿੰਦੇ ਨੇ ਇੱਕ ਸਤਪੁਰਸ਼ ਦੀ, ਇੱਕ ਸੰਤ ਦੀ ਤੇ ਚਰਨਾਂ ਦੀ ਧੂੜੀ ਤੋਂ ਵੀ ਗੁਰੂ ਕਿਹਾ ਸਿੱਖਾ ਤੂੰ ਕੁਰਬਾਨ ਹੋ ਜਾ ਤੇ ਉਹ ਵੀ ਥੋੜਾ ਪੈ ਜਾਵੇਗਾ। ਇੱਕ ਮਹਾਂਪੁਰਖ ਦਾ ਸਤਿਕਾਰ ਇਤਨਾ।
ਪਿਆਰ ਵਾਲਿਓ, ਵੈਰਾਗ ਕੈਸਾ। ਮੈਂ ਅੱਜ ਵੀ ਜਦੋਂ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਸਰੂਪ ਦੇ ਦਰਸ਼ਨ ਕਰਦਾ ਨਾ, ਕਿਤੇ ਭਾਵਨਾ ਨਾਲ ਤੱਕਿਓ ਤੇ ਉਹਨਾਂ ਦੇ ਨੇਤਰਾਂ ਨੂੰ ਜਦੋਂ ਤੱਕਦੇ ਆ ਤੇ ਹੈਰਾਨੀ ਦੀ ਗੱਲ ਹੈ, ਮਹਾਂਪੁਰਖਾਂ ਦੇ ਸਰੂਪ ਵਿੱਚ ਵੀ ਜਦੋਂ ਮਹਾਂਪੁਰਖਾਂ ਦੇ ਨੇਤਰ ਨੂੰ ਤੱਕੀਏ ਤੇ ਨੇਤਰਾਂ ਦੇ ਵਿੱਚ ਵੀ ਕਲਗੀਧਰ ਪਾਤਸ਼ਾਹ ਜੀ ਦੀ ਲਿਸ਼ਕ ਪੈਂਦੀ ਹੈ। ਭਾਵ ਜਿਹਨੇ ਸਰੂਪ ਵੀ ਬਣਾਇਆ ਉਹਨੇ ਕੈਸਾ ਬਾ ਕਮਾਲ ਸਰੂਪ ਬਣਾਇਆ ਕਿ ਇੱਕ ਮਹਾਂਪੁਰਖ ਦਾ ਸਰੂਪ ਜਿਹੜੇ ਘਰ ਵਿੱਚ ਹੋਵੇ, ਉਹ ਘਰ ਦੇ ਵਿੱਚ ਜਿੰਨੇ ਸਰੂਪ ਰੱਖਿਆ ਹੋਵੇ ਉਹ ਵੀ ਬੰਦਗੀ ਕਰਨ ਲੱਗ ਜਾਂਦਾ। ਇਹ ਬੰਦਗੀ ਦੀ ਗੱਲ ਹੈ। ਜਿਸ ਵਕਤ ਸੰਤ ਬਾਬਾ ਅਤਰ ਸਿੰਘ ਜੀ ਨੂੰ ਵੈਰਾਗ ਲੱਗਾ, ਅੱਜ ਨੇਤਰਾਂ ਦੇ ਵਿੱਚੋਂ ਜਲ ਆ ਜਾਣਾ ਇੱਕ ਕਠਿਨ ਬਾਤ ਹੈ, ਪਰ ਵੈਰਾਗ ਲੱਗਾ ਮਹਾਂਪੁਰਖਾਂ ਨੂੰ ਗੋਦਾਵਰੀ ਦੇ ਕਿਨਾਰੇ ਤੇ ਜਾ ਕੇ, ਹਜੂਰ ਸਾਹਿਬ ਦੀ ਧਰਤੀ ਤੇ ਜਾ ਕੇ ਹਜੂਰ ਦੇ ਦਰਸ਼ਨਾਂ ਦੀ ਤਾਂਘ ਰੱਖੀ। ਤੇ ਪਿਆਰ ਵਾਲਿਓ, ਜਦੋਂ ਪੰਜਾਬ ਦੀ ਧਰਤੀ ਤੋਂ ਮਹਾਂਪੁਰਖ ਗਏ ਨਾ, ਤੇ ਪੁਰਾਣੇ ਸਮਿਆਂ ਦੇ ਵਿੱਚ ਮਾਇਆ ਥੋੜੀ ਜਿਹੀ ਰੁਮਾਲ ਵਿੱਚ ਬੰਨ੍ਹ ਕੇ ਨਾਲ ਰੱਖ ਲੈਂਦੇ ਸੀ ਵੀ ਔਖੇ ਸਮੇਂ 'ਚ ਕੰਮ ਆਊਗੀ। ਮਹਾਂਪੁਰਖ ਗੋਦਾਵਰੀ ਦੇ ਕਿਨਾਰੇ ਤੇ ਬਹਿ ਕੇ ਭਜਨ ਬੰਦਗੀ ਕਰਦੇ, ਕਲਗੀਧਰ ਜੀ ਨੂੰ ਚੇਤੇ ਕਰਦੇ, ਤੇ ਮਹਾਂਪੁਰਖਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਗਈ, ਮਹਾਂਪੁਰਖਾਂ ਦੇ ਨੇਤਰਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਕਿ ਇੱਕ ਵਿਦਵਾਨ ਦੇ ਬੋਲਣੇ, ਭਰ ਭਰ ਡੁੱਲਦੇ ਨੈਣ ਕਲਗੀਧਰ ਪਿਆਰੇ ਤੈਨੂੰ ਢੂੰਡ ਰਹੇ ਦਿਨ ਰਹਿਣ। ਕਲਗੀਧਰ ਪਿਆਰੇ ਤੈਨੂੰ ਆ ਹੁਣ ਪਾ ਜਾਵੀ ਫੇਰਾ, ਹੋਰ ਨਹੀਂਓ ਹੁਣ ਹੁੰਦਾ ਜੇਰਾ। ਇੱਕ ਝਾਕੇ ਦੀ ਕਰ ਮਿਹਰਾਮਤ ਸਾਈਂ, ਬਿਨ ਦਰਸ਼ਨ ਨਹੀਂ ਆਉਂਦਾ ਚੈਨ। ਭਰ ਭਰ ਡੁੱਲਦੇ ਨੈਣ ਕਲਗੀਧਰ ਪਿਆਰੇ ਤੈਨੂੰ। ਮਹਾਂਪੁਰਖਾਂ ਦੇ ਨੇਤਰਾਂ 'ਚ ਸਦਾ ਵੈਰਾਗ ਦਾ ਜਲ ਉਹ ਝਲਕਦਾ ਰਹਿਣਾ, ਤੇ ਰੂਹ ਦੀ ਇੱਕ ਤੜਪ ਸੀ ਕਿ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਕਿਤੇ ਕਲਗੀਧਰ ਜੀ ਦੀ ਇੱਕ ਝਲਕ ਮਿਲ ਜਾਵੇ। ਪ੍ਰਸ਼ਾਦਾ ਛੱਡ ਦਿੱਤਾ, ਮਾਇਆ ਦੀ ਜਿਹੜਾ ਉਹ ਰੁਮਾਲ ਦੇ ਵਿੱਚ ਜਿਹੜੀ ਮਾਇਆ ਬੰਨੀ, ਕਹਿੰਦੇ ਮਹਾਂਪੁਰਖਾਂ ਨੇ ਨਾ ਝਾੜੀਆਂ ਦੇ ਥੱਲੇ ਰੱਖੀ ਸੀ। ਜਿਸ ਵਕਤ ਭਜਨ ਬੰਦਗੀ ਕਰਨ ਲੱਗਦੇ, ਧਿਆਨ ਉਧਰ ਨੂੰ ਚਲਿਆ ਜਾਂਦਾ ਮਾਇਆ ਵੱਲ। ਤਿਆਗ ਕੈਸਾ ਵੈਰਾਗ ਕੈਸਾ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੈ ਅੰਨ ਨਾ ਪਾਣੀ। ਆਪਾਂ ਕੇਵਲ ਪੜ੍ਹਦੇ ਹਾਂ। ਮੈਂ ਅਕਸਰ ਕਹਿਣਾ, ਮੇਰੇ ਵਰਗੇ ਕਰੋੜਾਂ ਕਥਾਵਾਚਕ ਆ ਜਾਣ, ਸੰਤ ਬਾਰੇ ਦੱਸ ਸਕਦੇ ਨੇ, ਸੁਣਾ ਸਕਦੇ ਨੇ, ਸੰਤ ਬਣਾ ਨਹੀਂ ਸਕਦੇ। ਸੰਤ ਅਤਰ ਸਿੰਘ ਉਸ ਸ਼ਖਸੀਅਤ ਦਾ ਨਾਮ ਹੈ ਜਿਹੜੇ ਉਨੀ ਸੰਪਰਦਾ ਦੇ ਵਿੱਚ ਜਾ ਕੇ ਵਿਦਿਆ ਲੈ ਲਵੇ, ਉਹ ਜੁਗਾ ਜੁਗਾ ਤੱਕ ਸੰਤ ਬਣ ਜਾਂਦਾ। ਅੱਜ ਇਹ ਸੰਪਰਦਾ ਸੰਤ ਬਣਾਉਂਦੀ। ਮਹਾਂਪੁਰਖਾਂ ਦੇ ਵੈਰਾਗ ਚਰਨਾਟੇ ਛਿੜੇ। ਮਹਾਂਪੁਰਖਾਂ ਨੇ ਪਿਆਰਿਓ ਮਾਇਆ ਦੀ ਗੰਢ ਗੋਦਾਵਰੀ ਦਰਿਆ ਦੇ ਵਿੱਚ ਵਗਾ ਦਿੱਤੀ ਕਿ ਬਾਰ-ਬਾਰ ਵਿਘਨ ਪਾਉਂਦੀ। ਮਾਫ ਕਰਿਓ, ਅੱਜ ਇੱਕ ਫੋਨ ਕੋਲ ਆ ਜਾਵੇ, ਨਿਤਨੇਮ ਗੁਰੂ ਕਾ ਸਿੱਖ ਕਰਦਾ ਹੋਵੇ, ਧਿਆਨ ਉਖੜ ਜਾਂਦਾ, ਸੰਸਾਰ ਦੇ ਕੰਮ ਭਾਰੂ ਪੈ ਜਾਂਦੇ। ਪਰ ਆਪਾਂ ਮਹਾਂਪੁਰਖਾਂ ਅੱਗੇ ਅਰਦਾਸ ਕਰੀਏ, ਸਤਿਪੁਰਸ਼ੋ ਕਿਰਪਾ ਕਰੋ, ਸਾਨੂੰ ਭਜਨ ਬੰਦਗੀ ਦੀ ਦਾਤ ਬਖਸ਼ੋ, ਕਿਉਂਕਿ ਜੇਤੇ ਤੁਧ ਧਿਆਵੈ ਜਨਮ ਨਾ ਆਵੈ, ਮੁਕਤ ਭਏ ਯਕ ਚਿੱਤ ਜਪੇ, ਪ੍ਰਭ ਪੁਰਖ ਅਬਨਾਸੀ ਕਾਟੀ ਫਾਸੀ, ਨਾਮ ਲੇਤ ਜਮਦੂਤ ਭਜੇ। ਪਿਆਰਿਓ, ਸੰਤਾਂ ਅੱਗੇ ਅਰਦਾਸ ਕਰੀਏ ਸਾਨੂੰ ਬੰਦਗੀ ਦੀ ਦਾਤ ਮਿਲੇ, ਤੇ ਇੱਕ ਅਰਦਾਸ ਅੱਜ ਦੇ ਹਾਲਾਤਾਂ ਨੂੰ ਵੇਖ ਕੇ ਇਹ ਵੀ ਕਰੀਏ, ਸਤਿਪੁਰਸ਼ੋ ਅੱਜ ਇਹ ਧਰਤੀ ਕੁਰਲਾ ਰਹੀ ਹੈ, ਪਾਪ ਵੱਧ ਚੁੱਕਿਆ, ਕਲਮਲ ਹੋਏ ਮੇਦਨੀ, ਅਰਦਾਸ ਕਰੀ ਲਿਵ ਲਾਏ। ਮੈਂ ਸੱਚ ਅੱਜ ਬੇਨਤੀ ਕਰਦਾ, ਸ਼ਬਦਾਂ ਦੇ ਨਾਲ ਬੋਲ ਲੈਣਾ, ਸੁਣਾ ਲੈਣਾ ਬੜਾ ਸੌਖਾ ਪਿਆਰਿਓ, ਪਰ ਜੇ ਅੱਜ ਦੁਨੀਆ ਦੇ ਪਾਪਾਂ ਦੇ ਭਾਰ ਨੂੰ ਕੋਈ ਦੂਰ ਕਰ ਸਕਦਾ ਤੇ ਕੇਵਲ ਇੱਕ ਸੰਤ ਬਾਬਾ ਅਤਰ ਸਿੰਘ ਵਰਗਾ ਮਹਾਂਪੁਰਖੀ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਉਹ ਕਮਾਈ ਨਹੀਂ। ਤੇ ਮੈਂ ਬੇਨਤੀ ਕਰਾਂ, ਜਿਹੜੀ ਅੱਜ ਇਸ ਸੰਪਰਦਾ ਦੀ ਪੰਥ ਨੂੰ ਦੇਣ ਹੈ ਨਾ, ਵੇਖੋ ਸੰਤ ਮਹਾਂਪੁਰਖ ਹਰ ਇੱਕ ਸਤਿਕਾਰਯੋਗ ਹੈ, ਹਰ ਇੱਕ ਦੀ ਆਪੋ ਆਪਣੀ ਕਮਾਈ ਹੈ। ਸੰਸਾਰ ਦੇ ਭਲੇ ਵਾਸਤੇ ਸੰਤ ਮਹਾਂਪੁਰਸ਼ ਸੰਸਾਰ ਦੇ ਤਖਤੇ ਤੇ ਆਉਂਦੇ, ਸੰਸਾਰ ਦਾ ਭਲਾ ਕਰਦੇ, ਸੰਗਤਾਂ ਨੂੰ ਨਾਮ ਨਾਲ ਜੋੜਦੇ। ਪਰ ਪਰਮਾਤਮਾ ਵੱਲੋਂ ਬਖਸ਼ੇ ਸਮੇਂ ਨੂੰ ਪੂਰਾ ਕਰਕੇ ਮਹਾਂਪੁਰਖ ਵਾਪਸ ਚਲੇ ਜਾਂਦੇ ਸੱਚਖੰਡ 'ਚ। ਪਰ ਇੱਕ ਗੱਲ ਮੈਂ ਸੋਚਦਾ ਕਿ ਵੇਖੋ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਜੀਵਨ ਕਾਲ 'ਚ ਪ੍ਰਚਾਰ ਕੀਤਾ। ਸਾਰੇ ਸੰਤ ਮਹਾਂਪੁਰਖ ਸਥਾਨ ਬਣਾਉਂਦੇ, ਨੀਂਹ ਪੱਥਰ ਰੱਖਦੇ ਅਸਥਾਨਾਂ ਦਾ, ਪਰ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਐਸੀ ਸੰਪਰਦਾ ਦਾ ਨੀਂਹ ਪੱਥਰ ਰੱਖਿਆ ਤੇ ਇਹ ਬਚਨ ਕਹੇ ਕਿ ਇਹ ਸੰਪਰਦਾ ਦਾ ਅੱਜ ਨੀਂਹ ਪੱਥਰ ਰੱਖ ਚੱਲੇ ਆ। ਹੋ ਸਕਦਾ ਮੈਂ 50 ਸਾਲ ਜਾਂ 60 ਸਾਲ ਪ੍ਰਚਾਰ ਕਰ ਸਕਾਂ,
ਪਰ ਬੜੂ ਸਾਹਿਬ ਸੰਪਰਦਾ ਐਸੀ ਸੰਪਰਦਾ ਜਿਹੜੀ ਸਦੀਆਂ ਤੱਕ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੀ ਰਹੇਗੀ, ਗੁਰੂ ਨਾਨਕ ਦੀ ਸਿੱਖੀ ਦੀ ਖੁਸ਼ਬੂ ਫੈਲਾਉਂਦੀ ਰਹੇਗੀ। ਉਹਨਾਂ ਸੋ ਪਿਆਰ ਵਾਲਿਓ, ਇਹ ਕਮਾਈ ਭਜਨ ਬੰਦਗੀ ਦੇ ਪ੍ਰਤਾਪ ਦੇ ਨਾਲ ਹੁੰਦਾ। ਐਸੇ ਸਤਿਪੁਰਸ਼ਾਂ ਨੂੰ ਬਾਰ-ਬਾਰ ਨਮਸਕਾਰਾਂ। ਮੈਂ ਇੱਕ ਬਚਨ ਸਾਂਝਾ ਕਰਕੇ ਖਿਮਾ ਦਾ ਜਾਚਕ ਹੋਵਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ, ਪਾਤਸ਼ਾਹ ਐਸੇ ਸੰਤ ਬਾਰੇ, ਐਸੇ ਮਹਾਂਪੁਰਖ ਦੀ ਵਡਿਆਈ ਬਾਰੇ ਕੀ ਸ਼ਬਦ ਨੇ? ਸਤਿਗੁਰੂ ਕਹਿੰਦੇ, ਇਹ ਸੰਤ ਤੇ ਐਸੀ ਸ਼ਖਸੀਅਤ ਦੇ ਮਾਲਕ ਨੇ, ਇਹਨਾਂ ਦੀ ਵਡਿਆਈ ਕਰਨ ਲੱਗੀਏ ਤੇ ਰਸਨਾ ਕੋਲ ਬੋਲ ਮੁੱਕ ਜਾਂਦੇ, ਕਲਮ ਕੋਲ ਖਾਲਸਾ ਜੀ ਸ਼ਬਦ ਮੁੱਕ ਜਾਂਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਕਹਿੰਦੇ, ਕਥਤ ਨਾ ਜਾਤ ਦਾਸ ਜਸ ਮੋਹ ਪਏ, ਰਸਨਾ ਇਤੀ ਨਾ ਜਾਤ ਉਚਾਰੋ। ਧੰਨ ਗੁਰੂ ਕਲਗੀਧਰ ਕਹਿੰਦੇ, ਮੇਰੀ ਜ਼ੁਬਾਨ ਵਿੱਚ ਇਤਨੀ ਤਾਕਤ ਨਹੀਂ ਕਿ ਮੈਂ ਐਸੇ ਸੰਤ ਦੀ, ਐਸੇ ਮਹਾਂਪੁਰਖ ਦੀ ਵਡਿਆਈ ਵੀ ਕਰ ਸਕਾਂ, ਕਿਉਂਕਿ ਜਿਨੇ ਜੀਵਨ ਕਾਲ ਦੇ ਵਿੱਚ ਉਦਮ ਕਰਕੇ ਪਿਆਰੇ ਨੂੰ, ਪਰਮਾਤਮਾ ਨੂੰ ਪਾ ਲਿਆ ਹੋਵੇ, ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ। ਸੋ ਬੜੇ ਵੱਡੇ ਭਾਗ ਆਪਾਂ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ। ਔਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹ ਆਪ ਸਭ ਸੰਗਤਾਂ ਦੇ ਸਨਮੁਖ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ। ਔਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਧਰਤੀ ਤੋਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹ ਵੀ ਆਪ ਸਭ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਔਰ ਅਰਦਾਸ ਕਰਨੀ ਇਸ ਬੜੂ ਸਾਹਿਬ ਸੰਪਰਦਾ ਦੇ ਵਾਸਤੇ ਕਿ ਜੋ ਮਹਾਂਪੁਰਖ ਬਾਬਾ ਇਕਬਾਲ ਸਿੰਘ ਜੀ ਹੋਣਾ ਵੱਲੋਂ ਉਪਰਾਲਾ ਕੀਤਾ ਜਾ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਇਹ ਸੰਪਰਦਾ ਦੇ ਸਮੁੱਚੇ ਸੇਵਾਦਾਰਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਖਾਲਸਾ ਪੰਥ ਦਾ ਪ੍ਰਚਾਰ ਕਰਾਉਂਦੇ ਰਹਿਣ, ਸੇਵਾ ਕਰਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।